ਸਾਰੇ ਸਰੋਤਿਆਂ ਦਾ ਜੀ ਮੈਂ ਸੰਦੀਪ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ। ਤੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕੋਸ਼ਿਸ਼ ਆਪਣੀ ਇਹ ਹੁੰਦੀ ਹੈ ਕਿ ਵੀ ਹਰ ਵਾਰੀ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਈਏ ਔਰ ਕੋਈ ਨਾ ਕੋਈ ਜਿਹੜਾ ਸਾਡੇ ਸਮਾਜ ਦਾ ਵਿਸ਼ਾ ਹੈ ਉਸ ਦੇ ਉੱਤੇ ਝਾਤ ਵੀ ਪਾਈਏ। ਔਰ 11 ਜੁਲਾਈ ਦਾ ਜਿਹੜਾ ਦਿਨ ਹੈ ਉਹ ਵਿਸ਼ਵ ਆਬਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਔਰ ਇਹ ਕਿਤੇ ਨਾ ਕਿਤੇ ਸਾਡਾ ਧਿਆਨ ਇਸ ਪਾਸੇ ਵੱਲ ਵੀ ਦਿਵਾਉਂਦਾ ਹੈ ਕਿ ਜਿਹੜੀ ਆਬਾਦੀ ਵੱਧ ਰਹੀ ਹੈ ਜਾਂ ਉਸਦੇ ਕੀ ਨੁਕਸਾਨ ਨੇ ਜਾਂ ਕਿਹੜੇ ਪਾਸੇ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ, ਕਿਸ ਦੇਸ਼ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ। ਸੋ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਨ ਦੇ ਲਈ ਅਸੀਂ ਸੱਦਾ ਦਿੱਤਾ ਹੈ ਪ੍ਰੋਫੈਸਰ ਪਰਮਜੀਤ ਸਿੰਘ ਨਿੱਕੇ ਘੁੰਮਣ ਹੋਣਾ ਨੂੰ, ਜੋ ਕਿ ਬਟਾਲਾ ਨੂੰ ਬਿਲੋਂਗ ਕਰਦੇ ਨੇ ਤੇ ਐਜ਼ ਅ ਟੀਚਰ ਇਸ ਵਕਤ ਗਵਰਨਮੈਂਟ ਸਕੂਲ ਦੇ ਵਿੱਚ ਕੰਮ ਕਰ ਰਹੇ ਨੇ ਤੇ ਵੱਖ-ਵੱਖ ਅਖਬਾਰਾਂ ਦੇ ਵਿੱਚ ਇਹਨਾਂ ਦੇ ਲੇਖ ਵੀ ਛਪਦੇ ਰਹਿੰਦੇ ਨੇ। ਸੋ ਸਮਾਜ ਦੇ ਲਈ ਬਿਲਕੁਲ ਜੀ ਚਿੰਤਿਤ ਨੇ ਔਰ ਸਮਾਜ ਦੇ ਜਿਹੜੇ ਵਿਸ਼ੇ ਨੇ ਬਹੁਤ ਉਹਨਾਂ ਦੇ ਉੱਤੇ ਇਹਨਾਂ ਦੀ ਜਿਹੜੀ ਪਕੜ ਹੁੰਦੀ ਆ ਔਰ ਉਹਨਾਂ ਦੇ ਉੱਤੇ ਲਿਖਦੇ ਨੇ ਬੜਾ ਖੂਬਸੂਰਤੀ ਦੇ ਨਾਲ, ਲੋਕ ਪੜ੍ਹਦੇ ਨੇ ਇਹਨਾਂ ਨੂੰ। ਸੋ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਫੈਸਰ ਪਰਮਜੀਤ ਸਿੰਘ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਪ੍ਰੋਫੈਸਰ ਸਾਹਿਬ, ਜਿੱਦਾਂ ਕਿ 11 ਜੁਲਾਈ ਦਾ ਜਿਹੜਾ ਦਿਨ ਹੈ ਉਹ ਖਾਸ ਤੌਰ ਦੇ ਉੱਤੇ ਵਿਸ਼ਵ ਆਬਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਪੂਰੇ ਵਿਸ਼ਵ ਦੇ ਵਿੱਚ ਹੀ। ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ 11 ਜੁਲਾਈ ਇਹੀ ਤਾਰੀਖ ਕਿਉਂ ਮਿੱਥੀ ਗਈ ਹੈ ਇਸ ਦਿਨ ਨੂੰ ਮਨਾਉਣ ਦੇ ਲਈ, ਇਸਦੀ ਕੀ ਖਾਸੀਅਤ ਹੈ? ਹਾਂਜੀ, ਉਹ ਇਸ ਤਰ੍ਹਾਂ ਆ ਕਿ 11 ਜੁਲਾਈ 1987 ਨੂੰ ਸਾਡੀ ਜਿਹੜੀ ਦੁਨੀਆ ਦੀ ਕੁੱਲ ਆਬਾਦੀ ਸੀ ਉਹ 500 ਕਰੋੜ ਦਾ ਅੰਕੜਾ ਪਾਰ ਕਰ ਗਈ ਸੀ। ਔਰ ਉਸ ਦਿਨ ਨੂੰ ਯਾਦਗਾਰ ਬਣਾਉਣ ਦੇ ਲਈ ਇਹ ਫੈਸਲਾ ਕੀਤਾ ਗਿਆ ਕਿ 11 ਜੁਲਾਈ ਦਾ ਦਿਨ ਹੀ ਵਿਸ਼ਵ ਆਬਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਏਗਾ। ਔਰ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਸੁਝਾਅ ਹੈ ਉਹ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦੇ ਗਵਰਨਿੰਗ ਕਾਉਂਸਲ ਦੇ ਜਿਹੜੇ ਨੇ ਵਰਲਡ ਬੈਂਕ ਦੇ ਸੀਨੀਅਰ ਡੈਮੋਗ੍ਰਾਫਕ ਡਾਕਟਰ KC ਜ਼ਕਾਰੀਆ ਦੀ ਸਲਾਹ ਦੇ ਉੱਤੇ ਸ਼ੁਰੂ ਕੀਤਾ ਸੀ। ਔਰ ਇਹ ਪਹਿਲੀ ਵਾਰੀ ਜਿਹੜਾ ਸੀ ਸਨ 1999 ਦੇ ਵਿੱਚ ਪਹਿਲੀ ਵਾਰ ਵਿਸ਼ਵ ਆਬਾਦੀ ਦਿਵਸ ਜਿਹੜਾ ਸੀ ਉਹ 11 ਜੁਲਾਈ ਦੇ ਦਿਨ ਮਨਾਇਆ ਗਿਆ ਸੀ ਜੀ। ਸੋ ਇਹ ਦਿਨ ਮਿੱਥਿਆ ਗਿਆ ਸੋ ਕਿਤੇ ਨਾ ਕਿਤੇ ਸਾਡਾ ਧਿਆਨ ਦਿਵਾਉਣ ਲਈ ਕਿ ਆਬਾਦੀ ਜਿਹੜੀ ਹੈ ਉਹ ਇਸ ਵਕਤ ਕਿੰਨੀ ਹੈ ਪੂਰੇ ਵਿਸ਼ਵ ਦੇ ਵਿੱਚ। ਅੱਛਾ, ਇਹ ਜ਼ਰੂਰ ਜਾਣਨਾ ਚਾਹਾਂਗੇ ਪ੍ਰੋਫੈਸਰ ਤੁਹਾਡੇ ਕੋਲੋਂ ਕਿ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਵੱਧ ਆਬਾਦੀ ਹੈ ਤੇ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਘੱਟ ਆਬਾਦੀ ਹੈ? ਇਸ ਤਰ੍ਹਾਂ ਆ ਕਿ ਜਦੋਂ ਅਸੀਂ ਸਾਲ 2017 ਦੇ ਅੰਕੜੇ ਚੁੱਕਦੇ ਹਾਂ ਤੇ ਸਾਨੂੰ ਪਤਾ ਲੱਗਦਾ ਆ ਕਿ ਕੁੱਲ ਦੁਨੀਆ ਦੀ ਆਬਾਦੀ ਜਿਹੜੀ ਸੀ ਉਹ 750 ਕਰੋੜ ਬਣ ਚੁੱਕੀ ਸੀ। ਔਰ ਇਹਦੇ ਵਿੱਚ ਲਗਭਗ 18.5% ਹਿੱਸਾ ਜਿਹੜਾ ਸੀ ਉਹ ਚੀਨ ਦਾ ਆ, ਜਿਹੜਾ ਕਿ ਸਭ ਤੋਂ ਵੱਧ ਆਬਾਦੀ ਦੇ ਵਿੱਚ ਆ। ਔਰ ਸਾਲ 2020 ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਭਾਰਤ ਆ, ਭਾਰਤ ਦੀ ਆਬਾਦੀ ਕਾਫੀ ਜ਼ਿਆਦਾ ਵੱਧਦੀ ਹੋਈ ਚੀਨ ਦੇ ਨੇੜੇ ਤੇੜੇ ਪਹੁੰਚਦੀ ਜਾ ਰਹੀ ਹੈ। ਸਾਲ 2021 ਦੇ ਵਿੱਚ ਅਸੀਂ 139 ਕਰੋੜ ਦੇ ਕਰੀਬ ਪਹੁੰਚ ਚੁੱਕੇ ਹਾਂ, ਜਦੋਂ ਕਿ ਚਾਈਨਾ ਦੀ ਆਬਾਦੀ ਜਿਹੜੀ ਹੈ ਉਹ ਲਗਭਗ 147 ਕਰੋੜ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਸਾਲ 2031 ਦੇ ਵਿੱਚ ਚਾਈਨਾ ਜਿਹੜਾ ਹੈ ਜਦੋਂ ਉਹਦੀ ਆਬਾਦੀ ਪੀਕ ਤੇ ਪਹੁੰਚ ਜਾਏਗੀ ਉਸ ਤੋਂ ਬਾਅਦ ਉਹਦੀ ਆਬਾਦੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋਏਗੀ, ਲੇਕਿਨ ਅਸੀਂ ਜਿਹੜਾ ਹੈ ਉਸ ਨੂੰ ਪਾਰ ਕਰ ਜਾਵਾਂਗੇ। ਭਾਰਤ ਜਿਹੜਾ ਆ ਉਹ ਚੀਨ ਨੂੰ ਪਿੱਛੇ ਛੱਡ ਦੇਗਾ। ਔਰ ਵਿਗਿਆਨੀ ਬੜੇ ਦੁੱਖ ਨਾਲ ਇਹ ਕਹਿੰਦੇ ਆ ਕਿ ਲਗਭਗ ਸਾਲ 2059 ਦੇ ਵਿੱਚ ਭਾਰਤ ਦੀ ਆਬਾਦੀ 170 ਕਰੋੜ ਨੂੰ ਪਹੁੰਚ ਜਾਏਗੀ। ਜਿਸ ਰਫਤਾਰ ਦੇ ਨਾਲ ਭਾਰਤ ਦੀ ਆਬਾਦੀ ਜਿਹੜੀ ਇਸ ਵੇਲੇ ਵੱਧ ਰਹੀ ਹੈ, ਬੜੀ ਹੀ ਇੱਕ ਖਤਰਨਾਕ ਰਫਤਾਰ ਹੈ। ਚਾਈਨਾ ਜਿਹੜਾ ਹੈ ਉਸ ਨੂੰ ਉਹਨਾਂ ਨੇ ਕਾਫੀ ਪਾਲਿਸੀਜ਼ ਬਣਾਈਆਂ ਔਰ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ 'ਚ ਨੇ, ਲੇਕਿਨ ਜਿਹੜਾ ਉਹਨਾਂ ਦਾ ਸਹੀ ਸੰਤੁਲਨ ਹੈ ਉਹ 2031 ਤੋਂ ਬਾਅਦ ਬਣਨਾ ਸ਼ੁਰੂ ਹੋਏਗਾ। ਔਰ ਭਾਰਤ ਜਿਹੜਾ ਆ ਉਹ ਉਹਨਾਂ ਨੂੰ ਪਿੱਛੇ ਛੱਡ ਕੇ ਨੰਬਰ 1 ਤੇ ਆ ਜਾਏਗਾ, ਜਦੋਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬਿਲਕੁਲ ਨਹੀਂ ਹੋਣਾ ਚਾਹੀਦਾ, ਤੁਹਾਡੀ ਗੱਲ ਸਹੀ ਹੈ। ਪਰ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਰਫਤਾਰ ਤੁਸੀਂ ਦੱਸੀ ਹੈ ਕਿ ਜਿਸ ਰਫਤਾਰ ਦੇ ਨਾਲ ਆਬਾਦੀ ਵੱਧਦੀ ਜਾ ਰਹੀ ਹੈ, ਕੀ ਸਾਡਾ ਭਾਰਤ ਇਹ ਇੰਨੀ ਵਿਵਸਥਾ ਹੈ ਇਹਦੇ ਵਿੱਚ ਕਿ ਇੰਨੀ ਸਾਰੀ ਜਿਹੜੀ ਆਬਾਦੀ ਹੈ ਉਸਨੂੰ ਇਹ ਸੰਭਾਲ ਸਕੇ ਜਾਂ ਇੱਕ ਸਹੀ ਤਰੀਕੇ ਦੇ ਨਾਲ ਹਰ ਇੱਕ ਚੀਜ਼ ਜਿਹੜੀ ਉਹ ਚੱਲ ਸਕੇ? ਦੇਖੋ ਜੀ, ਜਦੋਂ ਕਿਸੇ ਵੀ ਦੇਸ਼ ਦੀ ਆਬਾਦੀ ਵੱਧਦੀ ਹੈ
ਤੇ ਉਹਦਾ ਜਿਹੜਾ ਸਭ ਤੋਂ ਵੱਧ ਨੁਕਸਾਨ ਆ ਉਹ ਉਸ ਦੇਸ਼ ਦੇ ਸਭ ਤੋਂ ਪਹਿਲਾਂ ਨੈਚੁਰਲ ਰਿਸੋਰਸਿਸ ਨੂੰ, ਜਿਹੜੇ ਕੁਦਰਤੀ ਸਰੋਤ ਨੇ, ਪਾਣੀ ਹੈ, ਹਵਾ ਆ, ਮਿੱਟੀ ਹੈ, ਇਹਨਾਂ ਸਭ ਨੂੰ ਬਰਦਾਸ਼ਤ ਕਰਨਾ ਪੈਂਦਾ ਆ। ਲੋਕ ਇੱਥੇ ਜ਼ਿਆਦਾ ਵਸੋਂ ਹੋਣ ਕਰਕੇ ਜ਼ਿਆਦਾ ਵਰਤੋਂ ਹੁੰਦੀ ਹੈ ਇਹਨਾਂ ਚੀਜ਼ਾਂ ਦੀ, ਮਿੱਟੀ ਦੀ, ਹਵਾ ਦੀ, ਪਾਣੀ ਦੀ, ਔਰ ਵਰਤੋਂ ਤੋਂ ਇਲਾਵਾ ਦੁਰਵਰਤੋਂ ਵੀ ਜ਼ਿਆਦਾ ਹੁੰਦੀ ਹੈ, ਜਿਹਦੇ ਨਾਲ ਪ੍ਰਦੂਸ਼ਣ ਜਿਹੜਾ ਹੈ ਉਹ ਹਰ ਤਰ੍ਹਾਂ ਦਾ ਫੈਲਦਾ ਆ। ਔਰ ਇਹ ਇਕੱਲਾ ਪ੍ਰਦੂਸ਼ਣ ਨਹੀਂ ਹੈ, ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਇੰਟਰਲਿੰਕਡ ਨੇ। ਜਦੋਂ ਕਿਸੇ ਦੇਸ਼ ਦੀ ਆਬਾਦੀ ਵੱਧਦੀ ਹੈ ਤਾਂ ਉੱਥੇ ਜਨਸੰਖਿਆ ਵਧਣ ਦੇ ਨਾਲ ਉੱਥੇ ਬੇਰੁਜ਼ਗਾਰੀ ਦੇ ਵਿੱਚ ਵਾਧਾ ਹੁੰਦਾ ਹੈ, ਜਿਹੜੀ ਕਿ ਸਭ ਤੋਂ ਭਿਆਨਕ ਗੱਲ ਹੈ ਕਿ ਜਦੋਂ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਵੱਧਦੀ ਹੈ ਤੇ ਉਹ 2-3 ਖਤਰਨਾਕ ਰੁਝਾਨਾਂ ਨੂੰ ਜਨਮ ਦਿੰਦੀ ਹੈ। ਜਾਂ ਤਾਂ ਉਹ ਨਿਰਾਸ਼ ਹੋ ਕੇ ਤੇ ਫਿਰ ਆਤਮ ਹੱਤਿਆ ਵੱਲ ਤੁਰ ਪੈਂਦੇ ਆ ਜਦੋਂ ਉਹਨਾਂ ਨੂੰ ਕੰਮਕਾਜ ਨਹੀਂ ਮਿਲਦਾ ਪੜ੍ਹਾਈ ਲਿਖਾਈ ਕਰਨ ਤੋਂ ਬਾਅਦ, ਜਾਂ ਫਿਰ ਦੂਸਰਾ ਰੁਝਾਨ ਕਿ ਉਹ ਕ੍ਰਾਈਮ ਜਾਂ ਜੁਰਮ ਦੇ ਵੱਲ ਤੁਰ ਪੈਂਦੇ ਹੈ। ਤਰ੍ਹਾਂ ਤਰ੍ਹਾਂ ਦੇ ਜੁਰਮ ਜਿਹੜੇ ਉਹ ਸਮਾਜ ਦੇ ਵਿੱਚ ਵੱਧ ਜਾਂਦੇ ਹੈ। ਜਿਵੇਂ ਜਿਵੇਂ ਆਬਾਦੀ ਵੱਧਦੀ ਹੈ, ਰੁਜ਼ਗਾਰ ਘਟਦਾ ਆ, ਭੁੱਖਮਰੀ ਫੈਲਦੀ ਹੈ, ਗਰੀਬੀ ਵੱਧਦੀ ਹੈ, ਕੰਮ ਨਾ ਮਿਲਣ ਕਰਕੇ ਜੁਰਮ ਵੱਧਦੇ ਨੇ। ਇਸ ਤਰ੍ਹਾਂ ਸੁਸਾਇਟੀ ਜਿਹੜੀ ਹੈ ਉਹਦਾ ਮੁਹਾਂਦਰਾ ਜਿਹੜਾ ਹੈ ਬਿਲਕੁਲ ਹੀ ਨਕਾਰਾਤਮਕ ਵੱਲ ਚਲਾ ਜਾਂਦਾ, ਨੈਗੇਟਿਵ ਹੋ ਜਾਂਦਾ ਹੈ। ਸਮਾਜ ਵਿੱਚ ਅਫਰਾ ਤਫਰੀ ਫੈਲ ਜਾਂਦੀ ਹੈ ਔਰ ਉਸ ਚੀਜ਼ ਨੂੰ ਕੰਟਰੋਲ ਕਰਨਾ ਕਿਸੇ ਵੀ ਸਰਕਾਰ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਹੈ। ਇਸ ਲਈ ਹਰ ਦੇਸ਼ ਜਿਹੜਾ ਹੈ ਉਹ ਆਪਣੇ ਤੌਰ ਤੇ ਕੋਸ਼ਿਸ਼ ਤੇ ਕਰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਬਾਦੀ ਨੂੰ ਠੀਕ ਰੱਖਿਆ ਜਾਏ। ਲੇਕਿਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਇੱਕ ਬਹੁ ਧਰਮੀ ਦੇਸ਼ ਆ। ਇੱਥੇ ਕੁਝ ਧਾਰਮਿਕ ਪਾਬੰਦੀਆਂ ਦੇ ਕਰਕੇ ਵੀ ਅਸੀਂ ਜਿਹੜਾ ਆ ਕਿਸੇ ਨੂੰ ਕਹਿ ਨਹੀਂ ਸਕਦੇ ਆਬਾਦੀ ਰੋਕਣ ਲਈ ਜਾਂ 2 ਤੋਂ ਘੱਟ ਬੱਚੇ ਪੈਦਾ ਕਰਨ ਲਈ। ਜੇ ਕਿਹਾ ਜਾਏ ਤਾਂ ਲੋਕ ਇਸ ਦੇ ਗਲਤ ਅਰਥ ਕੱਢ ਲੈਂਦੇ ਆ, ਧਾਰਮਿਕ ਤੌਰ ਤੇ, ਸੰਪਰਦਾਇਕ ਤੌਰ ਤੇ ਇਸ ਨੂੰ ਨੈਗੇਟਿਵਲੀ ਲੈ ਲੈਂਦੇ ਆ ਔਰ ਫਿਰ ਗੱਲ ਜਿਹੜੀ ਹੋਰ ਦੀ ਹੋਰ ਬਣ ਜਾਂਦੀ ਹੈ। ਜਦੋਂ ਕਿ ਮੇਰਾ ਸੋਚਣਾ ਹੈ ਕਿ ਸਾਨੂੰ ਦੇਸ਼ ਨੂੰ, ਦੇਸ਼ ਦੇ ਪ੍ਰਤੀ, ਸਮਾਜ ਦੇ ਪ੍ਰਤੀ ਚੰਗੀ ਸੋਚ ਰੱਖਦੇ ਹੋਏ ਖੁਦ ਜਿਹੜਾ ਹੈ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ, ਬਜਾਏ ਕਿ ਸਰਕਾਰ ਕੋਈ ਜ਼ਬਰਦਸਤੀ ਸਾਡੇ ਤੇ ਲਾਗੂ ਕਰੇ ਜਾਂ ਕੋਈ ਸਖਤ ਕਾਨੂੰਨ ਬਣਾਏ। ਜਿਵੇਂ ਕਿ ਤੁਹਾਨੂੰ ਪਤਾ ਹੋਏਗਾ ਕਿ ਅੱਜ ਕੱਲ੍ਹ ਹੀ ਅਜੇ ਯੂਪੀ ਦੇ ਵਿੱਚ ਜਿਹੜੀ ਯੋਗੀ ਸਰਕਾਰ ਹੈ ਉਹਨਾਂ ਨੇ ਨਿਯਮ ਬਣਾਏ ਨੇ ਨਵੇਂ ਕਿ 2 ਤੋਂ ਵੱਧ ਬੱਚੇ ਹੋਣਗੇ ਤੇ ਸਰਕਾਰੀ ਨੌਕਰੀਆਂ ਨਹੀਂ ਮਿਲਣਗੀਆਂ, ਸਰਕਾਰੀ ਸਹੂਲਤਾਂ ਨਹੀਂ ਮਿਲਣਗੀਆਂ। ਇਸ ਤਰ੍ਹਾਂ ਦੇ ਜ਼ਬਰਦਸਤੀ ਵਾਲੇ ਕਦਮ ਜਿਹੜੇ ਆ ਸਰਕਾਰਾਂ ਨੂੰ ਉਦੋਂ ਚੁੱਕਣੇ ਪੈਂਦੇ ਹੈ ਜਦੋਂ ਲੋਕ ਆਪਣੇ ਆਪ ਸਹਿਯੋਗ ਨਹੀਂ ਕਰਦੇ ਜਾਂ ਆਪਣੇ ਆਪ ਇਸ ਸਮੱਸਿਆ ਦੀ ਗੰਭੀਰਤਾ ਨੂੰ ਨਹੀਂ ਸਮਝਦੇ। ਜੀ ਬਿਲਕੁਲ। ਸੋ ਇਹ ਵਾਕਈ ਤੁਹਾਡੀ ਗੱਲ ਸਹੀ ਹੈ। ਸੋ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਤੇ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤੇ ਪ੍ਰੋਫੈਸਰ ਸਾਹਿਬ, ਅਮਰੀਕਾ ਦੀ ਇਸ ਵਕਤ ਜਨਗਣਨਾ ਜਿਹੜੀ ਹੈ ਕਿੰਨੀ ਹੈ, ਪੋਪੂਲੇਸ਼ਨ ਕਿੰਨੀ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਅਸਰ ਹੈ ਉਹ ਅਮਰੀਕਾ ਦੇ ਦੇਸ਼ ਦੇ ਉੱਤੇ ਜਿਹੜਾ ਉਹ ਪੈ ਰਿਹਾ ਹੈ, ਜਾਂ ਕਿ ਜਿਹੜੇ ਨੁਕਸਾਨ ਦੀ ਗੱਲ ਤੁਸੀਂ ਭਾਰਤ ਦੇ ਵਿੱਚ ਕਰਦੇ ਹੋ ਕਿ ਆਬਾਦੀ ਵਧਣ ਦੇ ਨਾਲ ਹੈ, ਕਿ ਉਹ ਅਮਰੀਕਾ ਦੇ ਵਿੱਚ ਵੀ ਹੈ? ਇਸ ਤਰ੍ਹਾਂ ਹੀ ਹੈ। ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਜੁਲਾਈ 10, 2021 ਦੇ ਅੰਕੜੇ ਚੁੱਕਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਅਮਰੀਕਾ ਦੀ ਆਬਾਦੀ ਜਿਹੜੀ ਹੈ ਉਹ 34 ਕਰੋੜ ਦੇ ਲਗਭਗ ਹੈ, ਜਿਹਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ 6% ਬੱਚੇ ਨੇ ਇੱਥੇ, 18 ਸਾਲ ਤੋਂ ਘੱਟ ਉਮਰ ਦੇ 22% ਨੌਜਵਾਨ ਨੇ, 65 ਸਾਲ ਤੋਂ ਘੱਟ ਉਮਰ ਦੇ ਇੱਥੇ 16.5% ਲੋਕ ਨੇ। ਔਰ ਜਿਹੜੀ ਇੱਕ ਬੜੀ ਹੀ ਹੈਰਾਨੀਜਨਕ ਗੱਲ ਹੈ ਕਿ ਇੱਥੇ ਜਿਹੜੀ ਔਰਤਾਂ ਦੀ ਆਬਾਦੀ ਹੈ ਅਮਰੀਕਾ ਵਿੱਚ ਉਹ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ, 51% ਦੇ ਕਰੀਬ ਹੈ ਜੀ। ਔਰ ਜਿੱਥੋਂ ਤੱਕ ਅਸੀਂ ਇਹਨੂੰ ਦੂਸਰੀ ਤਰ੍ਹਾਂ ਜੇ ਵੰਡ ਕਰੀਏ ਤੇ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਏਸ਼ੀਅਨਸ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 6% ਦੇ ਲਗਭਗ ਹੈ, ਜਦੋਂ ਕਿ ਵਾਈਟ ਅਮਰੀਕਨਸ ਜਿਹੜੇ ਨੇ ਉਹਨਾਂ ਦੀ ਆਬਾਦੀ ਇੱਥੇ ਸਭ ਤੋਂ ਵੱਧ 76% ਹੈ। ਲੇਕਿਨ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਜਦੋਂ ਆਬਾਦੀ ਵੱਧਦੀ ਹੈ ਕਿਸੇ ਵੀ ਦੇਸ਼ ਦੇ ਵਿੱਚ ਤਾਂ ਉੱਥੇ ਜਿਹੜੀ ਬੇਕਾਰੀ ਜਾਂ ਬੇਰੁਜ਼ਗਾਰੀ ਵੱਧਦੀ ਹੈ। ਇਹ ਚੀਜ਼ ਜ਼ਰੂਰੀ ਨਹੀਂ ਕਿ ਸਿਰਫ ਜਿਹੜੇ ਬੈਕਵਰਡ ਕੰਟਰੀਜ਼ ਨੇ ਜਾਂ ਡਿਵੈਲਪਿੰਗ ਕੰਟਰੀਜ਼ ਨੇ ਉੱਥੇ ਲਾਗੂ ਹੁੰਦੀ ਹੈ, ਈਵਨ ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਜਿਹੜੀ ਹੈ ਇਹ ਚੀਜ਼ ਅਫੈਕਟ ਕਰਦੀ ਹੈ। ਉੱਥੇ ਵੀ ਲੋਕਾਂ ਨੂੰ ਰੋਜ਼ਗਾਰ ਦੀ ਸਮੱਸਿਆ ਆਉਂਦੀ ਹੈ ਔਰ ਉੱਥੇ ਵੀ ਲੋਕ ਫਿਰ ਜਿਹੜੇ ਦੂਸਰੇ ਦੇਸ਼ਾਂ ਤੋਂ ਆਏ ਹੋਏ ਲੋਕ ਨੇ ਉਹਨਾਂ ਦੇ ਦੇਸ਼ 'ਚ ਵਸੇ, ਚਾਹੇ ਉਹ ਕੈਨੇਡਾ ਹੈ ਚਾਹੇ ਅਮਰੀਕਾ ਆ,
ਫਿਰ ਉਹ ਲੋਕ, ਸਥਾਨਕ ਲੋਕ ਇਸ ਗੱਲ ਦਾ ਵਿਰੋਧ ਕਰਦੇ ਹੈ ਕਿ ਇਹ ਲੋਕ ਸਾਡੀਆਂ ਨੌਕਰੀਆਂ ਖਾ ਰਹੇ ਹੈ, ਜਾਂ ਫਿਰ ਉੱਥੇ ਕੰਪੀਟੀਸ਼ਨ ਦੇ ਵਿੱਚ ਜਿਹੜੀ ਲੇਬਰ ਰੇਟਸ ਨੇ ਉਹ ਘਟ ਜਾਂਦੇ ਹੈ, ਉੱਥੇ ਐਕਸਪਲੋਇਟੇਸ਼ਨ ਜਿਹੜਾ ਹੁੰਦਾ ਆ, ਲੋਕ ਕਿਸੇ ਵੀ ਰੇਟ ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਆ ਜਦੋਂ ਬੇਕਾਰੀ ਵੱਧਦੀ ਹੈ। ਇਸ ਲਈ ਇਹ ਚੀਜ਼ ਜ਼ਰੂਰੀ ਨਹੀਂ ਕਿ ਬੈਕਵਰਡ ਕੰਟਰੀਜ਼ 'ਚ ਹੀ ਹੈ, ਈਵਨ ਡਿਵੈਲਪਡ ਨੇਸ਼ਨਸ ਦੇ ਵਿੱਚ ਵੀ ਇਸ ਦਾ ਅਸਰ ਜਿਹੜਾ ਆ ਪਾਪੂਲੇਸ਼ਨ ਦਾ ਵਧਣ ਦਾ ਪੈਂਦਾ ਆ, ਜ਼ਰੂਰ ਪੈਂਦਾ। ਜੀ ਬਿਲਕੁਲ। ਸੋ ਜੇ ਅਸੀਂ ਗੱਲ ਕਰੀਏ ਸਭ ਤੋਂ ਘੱਟ ਆਬਾਦੀ ਵਾਲਾ ਦੇਸ਼, ਤੇ ਪ੍ਰੋਫੈਸਰ ਸਾਹਿਬ ਉਹ ਕਿਹੜਾ ਦੇਸ਼ ਹੈ ਜਿੱਥੇ ਬਹੁਤ ਨਾਮਾਤਰ ਹੈ ਆਬਾਦੀ, ਕਹਿ ਲਈਏ ਵੀ ਬਹੁਤ ਘੱਟ ਹੈ? ਅਸਲ 'ਚ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਬਾਦੀ ਦਾ ਆਪਣਾ ਆਪਣਾ ਲੈਵਲ ਹੈ, ਲੇਕਿਨ ਵਰਲਡ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਛੋਟਾ ਦੇਸ਼ ਜੇ ਕਿਸੇ ਨੂੰ ਐਲਾਨਿਆ ਜਾਏ ਪਾਪੂਲੇਸ਼ਨ ਦੇ ਤੌਰ ਤੇ ਉਹ ਯੂਕੇ ਦੇ ਵਿੱਚ ਪਿਟਕੈਰਨ ਆਈਲੈਂਡ ਹੈ, ਜਿਹਦੀ ਕੁੱਲ ਆਬਾਦੀ ਸਿਰਫ 50% ਹੈ। ਅੱਛਾ ਜੀ। ਔਰ ਇਸ ਨੂੰ ਸਮਾਲੈਸਟ ਕੰਟਰੀ ਆਫ ਅਕੋਰਡਿੰਗ ਰਿਗਾਰਡਿੰਗ ਪਾਪੂਲੇਸ਼ਨ ਕਿਹਾ ਜਾਂਦਾ ਹੈ ਵਰਲਡ ਦਾ। ਇਹ ਸਭ ਤੋਂ ਛੋਟਾ ਕੰਟਰੀ ਹੈ। ਔਰ ਦੂਸਰੇ ਪਾਸੇ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਬੇਰੁਜ਼ਗਾਰੀ ਵੱਧਦੀ ਹੈ, ਅਸਰ ਪੈਂਦਾ ਆ, ਉਹਦੇ ਵਿੱਚ ਇਹ ਵੀ ਹੈ ਕਿ ਕਈ ਜਗ੍ਹਾ ਤੇ ਜਿਹੜੇ ਪਾਪੂਲੇਸ਼ਨ ਨਾਲ ਰਿਲੇਟਡ ਇੱਕ ਬੜਾ ਇੰਪੋਰਟੈਂਟ ਡਾਟਾ ਆ ਕਿ ਜਿਹੜਾ ਪਰ ਸਕੁਅਰ ਕਿਲੋਮੀਟਰ ਜਿਹੜਾ ਆ ਉਹ ਕਿੰਨੇ ਲੋਕ ਰਹਿੰਦੇ ਆ, ਜਿੱਥੋਂ ਸਾਨੂੰ ਪਤਾ ਲੱਗਦਾ ਕਿ ਉੱਥੋਂ ਦਾ ਜਿਹੜਾ ਲਾਈਫ ਦਾ ਲੈਵਲ ਹੈ, ਜੀਵਨ ਪੱਧਰ ਹੈ, ਕਿਹੋ ਜਿਹਾ ਹੋਏਗਾ। ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਪਰ ਸਕੁਅਰ ਕਿਲੋਮੀਟਰ ਵਿੱਚ ਅਮਰੀਕਾ ਦੇ ਵਿੱਚ 36 ਵਿਅਕਤੀ ਜਿਹੜੇ ਆ ਉਹ ਨਿਵਾਸ ਕਰਦੇ ਆ, ਜਦੋਂ ਕਿ ਇੰਡੋਨੇਸ਼ੀਆ ਦੇ ਵਿੱਚ 150 ਵਿਅਕਤੀ, ਚਾਈਨਾ ਦੇ ਵਿੱਚ 153, ਔਰ ਭਾਰਤ ਦੀ ਜੇ ਮੈਂ ਗੱਲ ਕਰਾਂ ਤੇ ਪਰ ਸਕੁਅਰ ਕਿਲੋਮੀਟਰ ਇੱਥੇ 464 ਵਿਅਕਤੀ ਜਿਹੜੇ ਆ ਰਹਿੰਦੇ ਆ। ਅਮਰੀਕਾ 'ਚ 36 ਔਰ ਭਾਰਤ 'ਚ 464। ਦੇयर इज ए ਹਿਊਜ ਗੈਪ। ਆਪਾਂ ਦੇਖ ਸਕਦੇ ਹਾਂ ਕਿ ਕਿੰਨੀ ਸੰਘਣੀ ਆਬਾਦੀ ਹੈ, ਔਰ ਜਿੱਥੇ ਸੰਘਣੀ ਆਬਾਦੀ ਹੁੰਦੀ ਹੈ ਉੱਥੇ ਫਿਰ ਪਾਣੀ ਦੀਆਂ, ਰੋਟੀ ਦੀਆਂ, ਬਿਜਲੀ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਸ ਇਲਾਕੇ 'ਚ ਵੱਧ ਜਾਂਦੀਆਂ ਨੇ। ਇਸ ਕਰਕੇ ਭਾਰਤ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਅਜਿਹੀਆਂ ਕੁਝ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹੈ। ਜਿਵੇਂ ਕਿ ਤੁਸੀਂ ਦੇਖਿਆ ਹੋਏਗਾ ਬਹੁਤ ਸਾਰੇ ਵੀਡੀਓਜ਼ ਦੇ ਵਿੱਚ ਜਾਂ ਪਿਕਚਰਸ 'ਚ ਕਿ ਇੱਥੇ ਪੀਣਯੋਗ ਪਾਣੀ ਲੈਣ ਲਈ ਲਾਈਨਾਂ ਲੱਗੀਆਂ ਹੁੰਦੀਆਂ, ਲੜਾਈਆਂ ਹੁੰਦੀਆਂ, ਲੋਕ ਬਰਤਨ ਲੈ ਕੇ ਸਵੇਰ ਦੇ ਲਾਈਨ 'ਚ ਖੜੇ ਹੁੰਦੇ ਹੈ ਜਦੋਂ ਸਰਕਾਰੀ ਟੂਟੀ 'ਚ ਪਾਣੀ ਆਉਂਦਾ ਹੈ। ਪੀਣਯੋਗ ਪਾਣੀ ਨਹੀਂ ਮਿਲਦਾ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਆਬਾਦੀ ਜਿਹੜੀ ਹੈ ਜ਼ਿਆਦਾ ਹੁੰਦੀ ਹੈ, ਔਰ ਲੋਕ 3 ਟਾਈਮ ਦੀ ਬਜਾਏ ਬਹੁਤੀ ਵਾਰੀ 2 ਟਾਈਮ ਹੀ ਖਾਣਾ ਖਾ ਪਾਉਂਦੇ ਹੈ, ਜਿਨ੍ਹਾਂ ਘਰਾਂ ਦੇ ਵਿੱਚ ਜ਼ਿਆਦਾ ਬੱਚੇ ਨੇ, ਜ਼ਿਆਦਾ ਵੱਡਾ ਪਰਿਵਾਰ ਹੈ। ਔਰ ਆਹ ਜਿਹੜਾ ਲੋਕਡਾਊਨ ਅਸੀਂ ਦੇਖਿਆ ਕਰੋਨਾ ਕਾਲ ਦੇ ਦੌਰਾਨ, ਇਹਦੇ ਵਿੱਚ ਕਿਉਂਕਿ ਪਹਿਲਾਂ ਲੋਕ ਸੋਚਦੇ ਸੀ ਕਿ ਜੇ ਸਾਡਾ ਜ਼ਿਆਦਾ ਵੱਡਾ ਪਰਿਵਾਰ ਹੈ, ਜ਼ਿਆਦਾ ਕਮਾਈ ਵਾਲੇ ਹੱਥ ਨੇ, ਅਸੀਂ ਜ਼ਿਆਦਾ ਆਮਦਨ ਕਮਾਵਾਂਗੇ, ਅੱਛਾ ਜੀਵਨ ਜੀਵਾਂਗੇ। ਲੇਕਿਨ ਇਹਦਾ ਉਲਟ ਹੋ ਗਿਆ ਕਿ ਕਰੋਨਾ 'ਚ ਸਾਰੇ ਕਾਰੋਬਾਰ ਬੰਦ ਹੋ ਗਏ, ਦਿਹਾੜੀਆਂ ਲੱਗਣੀਆਂ ਬੰਦ ਹੋ ਗਈਆਂ, ਮਜ਼ਦੂਰੀ ਖਤਮ ਹੋ ਗਈ। ਘਰ ਦੇ ਵਿੱਚ ਜੇ 10 ਜੀ ਸੀ 10 ਘਰੇ ਬੈਠ ਗਏ ਔਰ ਉਹਨਾਂ ਦੀ ਰੋਟੀ ਖਾਣ ਦੇ ਲਾਲੇ ਤੱਕ ਪੈ ਗਏ। ਬਹੁਤ ਅਜੇ ਤੱਕ ਵੀ ਲੋਕ ਜਿਹੜੇ ਆ ਇਸ ਚੀਜ਼ ਚੋਂ ਉੱਭਰ ਨਹੀਂ ਪਾਏ ਹਨ। ਬਿਲਕੁਲ ਬਿਲਕੁਲ। ਸੋ ਆਰਥਿਕ ਤੰਗੀ ਜਿਹੜੀ ਆ ਉਹਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਲੋਕਾਂ ਨੂੰ। ਔਰ ਤੁਸੀਂ ਦੱਸਿਆ ਕਿ ਜਿਹੜੇ ਇਹ ਆંકੜੇ ਨੇ 2011 ਦੇ ਵਿੱਚ ਜਿਹੜਾ ਕੀਤਾ ਗਿਆ ਸੀਗਾ, ਤੇ ਹੁਣ 2021 ਦੇ ਵਿੱਚ ਵੀ ਇਹ ਜਿਹੜੀ ਜਨਗਣਨਾ ਹੈ ਉਹ ਹੋਣੀ ਸੀਗੀ, ਪਰ ਜਿਹੜੀ ਮਹਾਮਾਰੀ ਹੈ COVID-19 ਹੈ, ਇਹਦੇ ਕਰਕੇ ਕਿਤੇ ਨਾ ਕਿਤੇ ਦੇਰੀ ਹੋ ਰਹੀ ਹੈ ਦੁਬਾਰਾ ਤੋਂ। ਮਤਲਬ ਜਿਹੜੀ ਇਹ ਚੀਜ਼ ਜਿਹੜੀ ਹੈ ਇਸਨੂੰ ਕਰਨ ਦੇ ਲਈ ਕਿ ਕਿੰਨੇ ਆંકੜੇ ਨੇ ਹੁਣ ਇਸ ਵਕਤ ਕੀ ਸਥਿਤੀ ਹੈ। ਔਰ ਤੁਸੀਂ ਬੜਾ ਬਾਖੂਬੀ ਖੈਰ ਦੱਸਿਆ ਵੀ ਹੈ ਸਾਨੂੰ ਕਿ ਪੂਰੇ ਵਰਲਡ ਦੇ ਵਿੱਚ ਇਸ ਵਕਤ ਕਿਸ ਤਰ੍ਹਾਂ ਦੇ ਹਾਲਾਤ ਨੇ, ਕੀ ਸਥਿਤੀ ਹੈ। ਜੇ ਅਸੀਂ ਇਹਦੇ ਹੱਲ ਦੀ ਗੱਲ ਕਰੀਏ ਕਿ ਆਬਾਦੀ ਜਿਹੜੀ ਹੈ ਉਹ ਘੱਟ ਰਵੇ, ਕਿੰਨੀ ਕੁ ਹੋਣੀ ਚਾਹੀਦੀ ਹੈ? ਘੱਟ ਵੀ ਨਾ ਹੋਵੇ, ਵੱਧ ਵੀ ਨਾ ਹੋਵੇ, ਕਿੰਨੀ ਕੁ ਆਬਾਦੀ ਚਾਹੀਦੀ ਹੈ? ਕੀ ਇਸ ਦਾ ਹੱਲ ਹੋ ਸਕਦੇ ਨੇ? ਜੀ ਦੇਖੋ ਜੀ, ਜਿਵੇਂ ਮੈਂ ਪਹਿਲਾਂ ਕਿਹਾ ਵਾ ਕਿ ਚਾਈਨਾ ਜਿਹੜਾ ਹੈ ਉਹ ਪੂਰੀ ਕੋਸ਼ਿਸ਼ ਕਰ ਰਿਹਾ ਕਿ ਆਬਾਦੀ ਜਿਹੜੀ ਹੈ ਉਹ ਘਟਾਈ ਜਾਏ। ਉਹਨਾਂ ਨੇ 1 ਚਾਈਲਡ ਪਾਲਿਸੀ ਵੀ ਬੜੀ ਸਖਤੀ ਦੇ ਨਾਲ ਉੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੀਤੀ ਵੀ ਹੈ, ਜਿਹਦੇ ਨਾਲ ਮੈਂ ਦੱਸਿਆ ਹੈ ਕਿ ਜਿਹੜੀ ਚਾਈਨਾ ਦੀ ਰੇਟ ਆਫ ਇਨਕਰੀਜ਼ ਇਨ ਪਾਪੂਲੇਸ਼ਨ ਹੈ ਉਹ ਇੰਡੀਆ ਦੇ ਰੇਟ ਆਫ ਇਨਕਰੀਜ਼ ਇਨ ਪਾਪੂਲੇਸ਼ਨ ਨਾਲੋਂ ਅੱਧਾ ਰਹਿ ਗਿਆ ਹੈ ਇਸ ਵੇਲੇ। ਔਰ ਜਿਸ ਕਰਕੇ ਉੱਥੇ ਬਹੁਤ ਜਲਦੀ ਹੀ ਜਿਹੜੀ ਆਬਾਦੀ ਤੇ ਕਾਬੂ ਪਾ ਲਿਆ ਜਾਏਗਾ। ਬਾਕੀ ਜਿਹੜੀ ਡਿਵੈਲਪਿੰਗ ਨੇਸ਼ਨਸ ਜਾਂ ਬੈਕਵਰਡ ਕੰਟਰੀਜ਼ ਜਿੱਥੇ ਜ਼ਿਆਦਾ ਆਬਾਦੀ ਹੁੰਦੀ ਹੈ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਤੇ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ
ਇੱਥੇ ਐਜੂਕੇਸ਼ਨ ਦਾ ਜਿਹੜਾ ਘੇਰਾ ਹੈ ਉਹ ਵੱਡਾ ਕਰਨ ਦੀ ਲੋੜ ਹੈ। ਅਨਪੜ੍ਹਤਾ ਜਿਹੜੀ ਹੈ ਉਹ ਆਬਾਦੀ ਨੂੰ ਵਧਾਉਣ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ। ਲੋਕ ਇਹ ਗੱਲ ਨਹੀਂ ਸਮਝ ਪਾਉਂਦੇ ਕਿ ਜੇ ਅਸੀਂ ਜ਼ਿਆਦਾ ਕਮਾਈ ਕਰਨ ਲਈ ਜ਼ਿਆਦਾ ਬੱਚੇ ਪੈਦਾ ਕਰਨੇ ਆ, ਕਿ ਜ਼ਿਆਦਾ ਮਜ਼ਦੂਰ ਬਣਨਗੇ, ਸਾਡੇ ਘਰ ਜ਼ਿਆਦਾ ਹੱਥ ਕੰਮ ਕਰਨ ਵਾਲੇ ਹੋਣਗੇ, ਤਾਂ ਉਹਨਾਂ ਨੂੰ ਇਹ ਭੁੱਲ ਜਾਂਦੇ ਆ ਕਿ ਪਹਿਲਾਂ ਉਹਨਾਂ ਨੇ ਬੱਚਿਆਂ ਨੂੰ ਪਾਲਣਾ ਵੀ ਆ, ਵੱਡੇ ਵੀ ਕਰਨਾ ਆ, ਫਿਰ ਜਾ ਕੇ ਉਹ ਕਮਾਉਣ ਯੋਗ ਹੋਣਗੇ। ਇਸ ਲਈ ਉਹ ਜੀਵਨ ਪੱਧਰ ਉਹਨਾਂ ਬੱਚਿਆਂ ਦਾ ਬਹੁਤ ਮਾੜਾ ਰਹਿ ਜਾਂਦਾ ਹੈ, ਗਰੀਬੀ ਦੇ ਵਿੱਚ ਜੀਵਨ ਬਤੀਤ ਕਰਦੇ ਹੈ। ਘੱਟ ਐਜੂਕੇਸ਼ਨ ਹੋਣਾ ਇਹਦਾ ਇੱਕ ਮੂਲ ਕਾਰਨ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਰੀਬੀ ਹੈ, ਔਰ ਗਰੀਬੀ ਵੀ ਫਿਰ ਉਸੇ ਤਰ੍ਹਾਂ ਹੀ ਜੁੜੀ ਹੋਈ ਹੈ ਕਿ ਗਰੀਬੀ ਨੂੰ ਦੂਰ ਕਰਨ ਲਈ ਹੀ ਲੋਕ ਜ਼ਿਆਦਾ ਜਿਹੜੇ ਬੱਚਿਆਂ ਵੱਲ ਧਿਆਨ ਦਿੰਦੇ ਹੈ। ਸਰਕਾਰੀ ਪਾਲਿਸੀਜ਼ ਜਿਹੜੀਆਂ ਨੇ ਉਹ ਆਪਣੀ ਜਗ੍ਹਾ ਨੇ, ਸਰਕਾਰ ਸਖਤੀ ਵੀ ਕਰਦੀ ਹੈ। ਭਾਰਤ ਵਿੱਚ ਵੀ ਪਰਿਵਾਰ ਨਿਯੋਜਨ ਦੀ ਇੱਕ ਸਕੀਮ ਚੱਲੀ, ਇੰਦਰਾ ਗਾਂਧੀ ਨੇ ਐਮਰਜੈਂਸੀ ਵੀ ਲਗਾ ਕੇ ਉਹਦੇ ਦੌਰਾਨ ਵੀ ਜ਼ਬਰਦਸਤੀ ਕੁਛ ਆਪਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਚੀਜ਼ਾਂ ਦਾ ਮੁੜ ਕੇ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਲੇਕਿਨ ਇਸ ਲਈ ਅੱਜ ਦੇ ਯੁੱਗ ਵਿੱਚ ਕਿਉਂਕਿ ਮੀਡੀਆ, ਸੋਸ਼ਲ ਮੀਡੀਆ ਘਰ ਘਰ, ਪਿੰਡ ਪਿੰਡ ਤੱਕ ਪਹੁੰਚ ਚੁੱਕਿਆ ਹੈ, ਔਰ ਮੇਰਾ ਖਿਆਲ ਹੈ ਕਿ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਇਹ ਸਭ ਤੋਂ ਅੱਛਾ ਸਾਧਨ ਹੈ ਜਿਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ ਔਰ ਕੀਤਾ ਜਾ ਵੀ ਰਿਹਾ ਹੈ। ਲੇਕਿਨ ਅਜੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਦੇ ਪ੍ਰਤੀ ਅਵੇਅਰਨੈਸ ਜਿਹੜੀ ਹੈ ਉਹ ਲਿਆਉਣੀ ਬਾਕੀ ਹੈ। ਕਿ ਸਾਰੇ ਜਣੇ ਰਲ ਮਿਲ ਕੇ ਇਸ ਦੇ ਵਿੱਚ ਯੋਗਦਾਨ ਪਾਵਾਂਗੇ ਤਾਂ ਹੀ ਅਸੀਂ ਆਪਣੇ ਦੇਸ਼ ਨੂੰ, ਆਪਣੀ ਦੁਨੀਆ ਨੂੰ ਜਿਹੜਾ ਆ ਬਚਾ ਸਕਾਂਗੇ, ਇਸ ਨੂੰ ਵਧੀਆ ਬਣਾ ਸਕਾਂਗੇ, ਔਰ ਨੈਚੁਰਲ ਰਿਸੋਰਸਿਸ ਦੀ ਰਾਖੀ ਜਿਹੜੀ ਹੈ ਉਹ ਅਸੀਂ ਚੰਗੀ ਤਰ੍ਹਾਂ ਕਰ ਸਕਾਂਗੇ। ਵਾਕਈ, ਔਰ ਸਾਡਾ ਹੀ ਕਿਤੇ ਨਾ ਕਿਤੇ ਫਰਜ਼ ਬਣਦਾ ਹੈ ਕਿ ਅਸੀਂ ਜਿਹੜੀ ਥਾਂ ਤੇ ਰਹਿਣਾ ਹੈ ਉਹ ਥਾਂ ਬੜੀ ਵਧੀਆ ਖੂਬਸੂਰਤ ਬਣੀ ਰਹੇ, ਔਰ ਸਾਰੇ ਜਿਹੜੇ ਨੈਚੁਰਲ ਰਿਸੋਰਸਿਸ ਦੀ ਤੁਸੀਂ ਗੱਲ ਕੀਤੀ ਹੈ ਸਾਨੂੰ ਮਿਲਦੇ ਰਹਿਣ, ਤੇ ਉਹਦੇ ਲਈ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਆਬਾਦੀ ਆ ਉਸਦੇ ਉੱਤੇ ਕੰਟਰੋਲ ਰੱਖਿਆ ਜਾਵੇ। ਸੋ ਵਰਲਡ ਪੋਪੂਲੇਸ਼ਨ ਡੇ ਦੇ ਉੱਤੇ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਪ੍ਰੋਫੈਸਰ ਪਰਮਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜਾਂਦੇ ਜਾਂਦੇ ਕੁਝ ਅਲਫਾਜ਼, ਕੁਝ ਲਫ਼ਜ਼ ਸਾਡੇ ਸਰੋਤਿਆਂ ਦੇ ਲਈ ਤੁਸੀਂ ਕਹਿਣਾ ਚਾਹੋ ਜੀ? ਮੈਂ ਜਾਂਦੇ ਜਾਂਦੇ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਆਪਾਂ ਸਾਰੇ ਰਲ ਕੇ ਇਸ ਚੀਜ਼ ਦੇ ਵਿੱਚ ਆਪਣਾ ਯੋਗਦਾਨ ਪਾਈਏ। ਇਹ ਸਾਡਾ ਦੇਸ਼ ਹੈ, ਸਾਡੀ ਦੁਨੀਆ ਆ, ਇਸ ਨੂੰ ਵਧੀਆ ਬਣਾਉਣਾ ਸਾਡੇ ਹੱਥ ਹੈ, ਔਰ ਇਹਦੇ ਵਿੱਚ ਸਾਡਾ ਸਭ ਦਾ ਯੋਗਦਾਨ ਬਹੁਤ ਹੀ ਜ਼ਰੂਰੀ ਹੈ। ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਸਾਨੂੰ ਸਭ ਨੂੰ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ, ਤਾਂ ਹੀ ਅਸੀਂ ਇਸ ਦੁਨੀਆ ਨੂੰ ਖੂਬਸੂਰਤ ਬਣਾ ਸਕਦੇ ਹਾਂ। ਸਹੀ ਗੱਲ ਹੈ ਜੀ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਪਰਮਜੀਤ ਜੀ, ਸਮਾਂ ਦੇਣ ਦੇ ਲਈ। ਧੰਨਵਾਦ। ਧੰਨਵਾਦ ਜੀ, ਬਹੁਤ ਮਿਹਰਬਾਨੀ।